PTC ਚੈਨਲ ਤੇ ਇਨਫੋਕਸ ਪ੍ਰੋਗਰਾਮ ਦੇ ਵਿੱਚ ਅਮਰ ਸਿੰਘ ਭੁੱਲਰ ਤੁਹਾਡੀ ਸੇਵਾ 'ਚ ਹਾਜ਼ਰ ਹੈ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਸੀਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਉਸ 'ਤੇ ਫੋਕਸ ਕਰਦੇ ਹਾਂ। ਕੈਨੇਡਾ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਬਰੈਂਪਟਨ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਪੰਜਾਬੀਆਂ ਦੀ ਭਾਰੀ ਵਸੋਂ ਹੈ ਅਤੇ ਬਹੁਤ ਸਾਰੇ ਸਾਡੇ ਪੋਲੀਟੀਕਲੀ ਚਾਹੇ ਅਸੀਂ ਫੈਡਰਲ ਲੈਵਲ 'ਤੇ ਦੇਖੀਏ ਜਾਂ ਪ੍ਰੋਵਿੰਸ ਲੈਵਲ 'ਤੇ ਔਰ ਸਿਟੀ ਦੇ ਵਿੱਚ ਵੀ ਸਾਡੇ ਜਿਹੜੇ ਕੌਂਸਲਰ ਅਤੇ ਰੀਜਨਲ ਕੌਂਸਲਰ ਜਿਹੜੇ ਨੇ ਉਹ ਨੁਮਾਇੰਦਗੀ ਕਰਦੇ ਨੇ। ਪਰ ਬਰੈਂਪਟਨ ਦੇ ਵਿੱਚ ਆਮ ਤੌਰ 'ਤੇ ਪੰਜਾਬੀਆਂ ਨੂੰ ਇਸ ਗੱਲ ਦਾ ਗਿਲਾ ਰਹਿੰਦਾ ਕਿ ਉਹਨਾਂ ਦੇ ਨਾਲ ਮਤਰੀਮਾਂ ਵਾਲਾ ਸਲੂਕ ਹੋ ਰਿਹਾ, ਚਾਹੇ ਉਹ ਇੰਸ਼ੋਰੈਂਸ ਦਾ ਮੁੱਦਾ ਹੋਵੇ, ਚਾਹੇ ਉਹ ਹੈਲਥ ਦਾ ਮੁੱਦਾ ਹੋਵੇ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹੈਲਥ ਦੇ ਬਾਰੇ 'ਚ, ਕਿਉਂਕਿ ਜਿਸ ਤੇ ਬੀਤੇ ਦਿਨੀ ਬਰੈਂਪਟਨ ਸਿਟੀ ਦੇ ਵੱਲੋਂ ਹੈਲਥ ਕੇਅਰ ਐਮਰਜੈਂਸੀ ਲਾਨੀ ਗਈ। ਅਸੀਂ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਮਹਿਮਾਨ ਨੇ ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਕੌਂਸਲਰ ਹਰਕੀਰਤ ਸਿੰਘ ਜੀ। ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਕੀਰਤ ਸਿੰਘ ਜੀ, ਮੈਂ ਜਾਣਨਾ ਚਾਹੁੰਦਾ ਕਿ ਬੀਤੇ ਦਿਨੀ ਤੁਸੀਂ ਇੱਕ ਬਰੈਂਪਟਨ ਸਿਟੀ ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਕਿ ਬਰੈਂਪਟਨ ਦੇ ਵਿੱਚ ਜਿਹੜੀ ਹੈਗੀ ਆ ਹੈਲਥ ਕੇਅਰ ਐਮਰਜੈਂਸੀ ਲਾਣੀ ਜਾਵੇ ਅਤੇ ਉਹਨੂੰ ਮੇਅਰ ਨੇ ਸਾਥ ਦਿੱਤਾ, ਦੂਜੇ ਮੈਂਬਰਾਂ ਨੇ ਸਾਥ ਦਿੱਤਾ ਅਤੇ ਉਹ ਜਿਹੜਾ ਮਤਾ ਤੁਹਾਡਾ ਪਾਸ ਹੋਇਆ। ਕਿਉਂ ਅਜਿਹੀ ਨੌਬਤ ਆਈ ਕਿ ਐਮਰਜੈਂਸੀ ਲਾਣੀ ਜਾਵੇ? ਆਪਾਂ ਸਾਡੇ ਰੈਜ਼ੀਡੈਂਟਸ ਤੋਂ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ ਐਂਡ ਜਦੋਂ ਦੇ ਆਪਾਂ ਇਲੈਕਟਡ ਹੋਏ ਖਾਸ ਕਰਕੇ ਉਦੋਂ ਕਾਲਾਂ ਜਿਹੜੀਆਂ ਵੱਧ ਰਹੀਆਂ ਅਤੇ ਜਿਹੜੀਆਂ ਸਟੋਰੀਆਂ ਆਪਾਂ ਸੁਣ ਰਹੇ ਹਾਂ, ਜਿਹੜੇ ਪੇਸ਼ੈਂਟ ਦਾ ਐਕਸਪੀਰੀਅੰਸ ਸੁਣ ਰਹੇ ਹਾਂ, ਉਹ ਬਹੁਤ ਹੋਰ ਵੀ ਵਰਸ ਹੋਈ ਜਾਂਦਾ ਆ। ਅਤੇ ਆਪਾਂ ਪਿਛਲੇ ਸਾਲ ਤੋਂ ਕੋਸ਼ਿਸ਼ ਕਰਦੇ ਸੀਗੇ ਕਿ ਥੋੜ੍ਹੀ ਜਿਹੀ ਕੋਈ ਮੂਵਮੈਂਟ ਹੋਵੇ ਸਾਡੇ ਪ੍ਰੋਵਿੰਸ਼ਲ ਸਰਕਾਰ ਵੱਲੋਂ ਕਿ ਕੋਈ ਨਾ ਕੋਈ ਅਨਾਊਂਸਮੈਂਟ ਆਵੇ ਕਿ ਸਾਡਾ ਹੋਰ ਹਸਪੀਟਲ ਆਉਣਾ, ਫੇਜ਼ 2 ਦਾ ਆਉਣਾ ਆ ਜਾਂ ਐਮਰਜੈਂਸੀ ਰੂਮ ਹੋਰ ਆਉਣਾ ਆ। ਐਂਡ ਇੱਦਾਂ ਕੋਈ ਹੀ ਸੁਨੇਹਾ ਨਹੀਂ ਆਇਆ ਸਰਕਾਰ ਤੋਂ। ਅਤੇ ਹਾਲਾਤ ਇੰਨੇ ਮਾੜੇ ਹੋ ਗਏ। ਸਾਡੇ 2 ਪਰਸਨਲ ਕੇਸਿਸ ਵੀ ਹੋਏ ਦਸੰਬਰ ਦੇ ਵਿੱਚ, ਜਨਵਰੀ ਦੇ ਵਿੱਚ, ਕਿ ਸਾਨੂੰ ਅਤੇ ਕਾਉਂਸਲਰਸ ਨੂੰ, ਕਿਉਂਕਿ ਕਾਉਂਸਲਰਸ ਦੇ ਵੀ ਪਰਸਨਲ ਐਕਸਪੀਰੀਅੰਸਿਸ ਆ, ਉਹਨੇ ਉਦਣ ਵੀ ਸ਼ੇਅਰ ਕੀਤੇ ਆ। ਇੱਕ ਸਾਡੀ ਕਾਉਂਸਲਰ ਆ, ਉਹਦਾ ਬਹੁਤ ਬੁਰਾ ਐਕਸਪੀਰੀਅੰਸ ਰਿਹਾ ਇਸ ਹਸਪੀਟਲ ਦੇ ਵਿੱਚ। ਇੱਕ ਹੋਰ ਕਾਉਂਸਲਰ, ਉਹਦੇ ਦੋਸਤ ਦੀ ਡੈਥ ਹੋਈ ਇਸ ਹਸਪੀਟਲ ਦੇ ਵਿੱਚ, ਉਹਨਾਂ ਦਾ ਵੀ ਬਹੁਤ ਬੁਰਾ ਐਕਸਪੀਰੀਅੰਸ ਹੋਈ। ਸਾਰਿਆਂ ਨੇ ਸ਼ੇਅਰ ਕੀਤਾ। ਸਾਰੇ ਫਰਸਟਰੇਟਡ ਹੋ ਕੇ ਕਹਿੰਦੇ ਸਾਨੂੰ ਲੋੜ ਆ ਕਿ ਆਪਾਂ ਆਵਾਜ਼ ਉਠਾਈਏ, ਇਸ ਕਰਕੇ ਐਮਰਜੈਂਸੀ ਜਿਹੜੀ ਆ ਡਿਕਲੇਅਰ ਹੋਈ ਆ। ਜੀ, ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਜਦੋਂ ਤੁਸੀਂ ਐਮਰਜੈਂਸੀ ਲਾਨੀ, ਉਸ ਤੋਂ ਬਾਅਦ ਸਾਡੇ PTC ਦੇ ਪ੍ਰਤੀਨਿਧ ਨੇ, ਉਹਨਾਂ ਦੇ ਨਾਲ ਸਾਡੇ ਪਰਮਜੀਤ ਸਰਕਾਰੀਆ ਜਿਹੜੇ ਕੈਬਨਿਟ ਮਿਨਿਸਟਰ ਨੇ, ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਆਓ ਸੁਣਾਉਂਦੇ ਅਸੀਂ ontario ਸਰਕਾਰ ਦਾ ਪੱਖ ਜਿਹੜਾ ਪਰਮਜੀਤ ਸਰਕਾਰੀਆ ਨੇ ਪੇਸ਼ ਕੀਤਾ। ਸੁਣੋ। ਜੋ ਬਰੈਂਪਟਨ ਦੀ ਹੈਲਥ ਕੇਅਰ ਜੋ ਹਾਲਾਤ ਹੈਗੇ ਆ ਉਸ ਦੇ ਵਿੱਚ ਕਾਫੀ ਵਰਕ ਕਰਨ ਦੀ ਲੋੜ ਆ। ਜਦੋਂ ਸਾਡੀ ਗਵਰਨਮੈਂਟ ਚੁਣੀ ਗਈ ਸੀ, ਇਸੇ ਕਾਰਨ ਕਰਕੇ ਚੁਣੀ ਗਈ ਸੀ ਵੀ ਜਿਹੜੀ ਪਿਛਲੀ ਸਰਕਾਰ ਨੇ ਇੱਕ ਟੁੱਟਾ ਹੋਇਆ ਸਿਸਟਮ, ਇੱਕ ਲਾਈਫ ਸਪੋਰਟ ਦੇ ਸਿਸਟਮ ਸਾਨੂੰ ਦਿੱਤਾ ਸੀ, ਜਿਸ ਦੇ ਵਿੱਚ ਹਾਲਵੇ ਹੈਲਥ ਕੇਅਰ ਬਹੁਤ ਵੱਡਾ ਇਸ਼ੂ ਸੀਗਾ, ਖਾਸ ਕਰਕੇ ਸਾਡੇ ਬਰੈਂਪਟਨ ਵਰਗੇ ਸਿਟੀਜ਼ ਦੇ ਵਿੱਚ ਜਿੱਥੇ ਇਨਵੈਸਟਮੈਂਟ ਨਹੀਂ ਕੀਤੀ ਗਈ। ਸੋ ਸਾਡਾ ਇੱਕ ਜੋ ਪ੍ਰੋਵਿੰਸ ਵੱਲੋਂ ਆਉਂਦਿਆਂ ਸਾਰੀ ਪਲਾਨ ਜੋ ਅਸੀਂ ਹਾਲਵੇ ਹੈਲਥ ਕੇਅਰ ਦੇ ਉੱਤੇ ਸ਼ੁਰੂ ਕੀਤਾ ਵੀ ਇਹਨੂੰ ਕਿਵੇਂ ਖ਼ਤਮ ਕਰਨਾ, ਅਸੀਂ ਉਸੇ ਪਲਾਨ ਦੇ ਉੱਤੇ ਆ ਰਹੇ ਹਾਂ। ਸੋ ਇਸ ਦਾ ਓਵਰਨਾਈਟ ਕੋਈ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਓਵਰਨਾਈਟ ਹੀ ਸਾਰਾ ਕੰਮ ਹੋ ਸਕਦਾ। ਅਸੀਂ ਹਮੇਸ਼ਾ ਰਲ ਕੇ ਕੰਮ ਕਰਾਂਗੇ। ਜਿਵੇਂ ਕਿ ਵਿਲੀਅਮ ਆਸਟਰ ਜਿਹੜਾ ਹੈਗੇ ਜਿਨ੍ਹਾਂ ਦੇ ਥੱਲੇ ਇਹ ਹਸਪੀਟਲ ਆਉਂਦੇ ਆ ਬਰੈਂਪਟਨ ਦੇ, ਅਸੀਂ ਉਹਨਾਂ ਨਾਲ ਆਉਂਦਿਆਂ ਸਾਰ ਹੀ ਅਸੀਂ ਉਹਨਾਂ ਨੂੰ ਗ੍ਰਾਂਟ ਦਿੱਤੀ ਸੀਗੀ ਵੀ ਤੁਸੀਂ ਪ੍ਰੋਵਿੰਸ ਨੂੰ ਇੱਕ ਐਪਲੀਕੇਸ਼ਨ, ਜਿਵੇਂ ਕਿ ਪ੍ਰੋਸੀਜਰ ਚੱਲਦਾ ਵੀ ਤੁਸੀਂ ਇਸ ਹੈਲਥ ਕੇਅਰ ਦੇ ਵਿੱਚ ਕਿੰਨੇ ਬੈੱਡ ਚਾਹੀਦੇ ਆ, ਤੁਹਾਨੂੰ ਕੀ ਸਹੂਲਤਾਂ ਚਾਹੀਦੀਆਂ, ਕਿਹੋ ਜਿਹੇ ਡਾਕਟਰ ਇੱਥੇ ਚਾਹੀਦੇ ਆ, ਉਹਨਾਂ ਦੀ ਇੱਕ ਫੰਡਿੰਗ ਦਿੱਤੀ ਗਈ ਸੀਗੀ। ਹਜੇ ਤੱਕ ਉਹਨਾਂ ਨੇ ਸਾਨੂੰ ਉਹ ਵਾਪਸ ਰਿਪੋਰਟ ਨਹੀਂ ਦਿੱਤੀ। ਉਹ ਸਾਡੇ ਨਾਲ ਕੰਮ ਕਰਕੇ ਜਾ ਰਹੇ ਆ। ਪਰ ਜਿਹੜਾ ਇਹੋ ਜਿਹੇ ਆਪਣਾ ਮੋਸ਼ਨ ਆਇਆ ਕਿ ਓਬਵੀਅਸਲੀ ਇਹਦੇ ਵਿੱਚ ਜੋ ਸਿਟੀ ਵੱਲੋਂ ਤੁਸੀਂ ਜ਼ਰੂਰ ਜਾਣਕਾਰੀ ਲੈ ਸਕਦੇ ਵੀ ਇਹਦੀ ਪੋਲੀਟੀਕਲ ਮੋਟੀਵੇਸ਼ਨ ਕੀ ਸੀਗੀ। ਪਰ ਮੈਂ ਸਮਝਦਾ ਵੀ ਜੇ ਸਾਰੇ ਰਲ ਕੇ ਇਸ ਚੀਜ਼ ਦੇ ਉੱਤੇ ਕੰਮ ਕਰਨ ਵੀ ਇਹਨੂੰ ਜਾਣ ਕੇ ਪੋਲੀਟੀਕਲ ਇਸ਼ੂ ਨਾ ਬਣਾਇਆ ਜਾਏ। ਸਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਬਹੁਤ ਵੱਡੀ ਲੋੜ ਹੈਗੀ ਆ। ਕੱਲ੍ਹ ਵੀ ਰਿਪੋਰਟਸ ਆਈਆਂ ਸੀ ਵੀ ਕਿਵੇਂ ਓਵਰ ਕਪੈਸਿਟੀ ਹਸਪੀਟਲ ਜਿਹੜੇ ontario ਦੇ ਵਿੱਚ ਹੈਗੇ ਆ, ਟਾਪ 10 ਹਸਪੀਟਲ, ਉਹਦੇ ਵਿੱਚ ਬਰੈਂਪਟਨ ਨਹੀਂ ਆਉਂਦਾ। ਉਹਨਾਂ ਸ਼ਹਿਰਾਂ ਨੇ ਇਹੋ ਜਿਹੇ ਮੋਸ਼ਨ ਨਹੀਂ ਲੈਂਦੇ, ਪਰ ਉਹ ਸਮਝਦੇ ਆ ਵੀ ਉਹ ਸਮਝਦੇ ਇਸ ਗੱਲ ਨੂੰ ਵੀ ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਦੇ ਕਾਰਨਾਂ ਕਰਕੇ, ਉਹਨਾਂ ਦੇ ਜੋ ਲੈਕ ਆਫ ਇਨਵੈਸਟਮੈਂਟ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਵੀ ਜੋ ਸਾਡੀ ਸਰਕਾਰ ਨੇ ਇੱਕ ਪਲਾਨ ਹਾਲਵੇ ਹੈਲਥ ਕੇਅਰ ਦੇ ਉੱਤੇ ਲਿਆਂਦਾ ਹੈਗਾ, ਉਸ ਜੋ ਪਹਿਲੇ ਆਉਂਦਿਆਂ ਸਾਲ ਤੱਕ ਕਾਫੀ ਚੇਂਜਸ ਲਿਆਂਦੀਆਂ ਸੀਗੀਆਂ, ਉਹ ਹੁਣ ਤੱਕ ਲਾਗੂ ਕੀਤੀਆਂ ਜਾ ਰਹੀਆਂ। ਜਦੋਂ ਅਸੀਂ ਬਰੈਂਪਟਨ ਦੀ ਗੱਲ ਕਰਦੇ ਹਾਂ, ਸਿਰਫ ਪਿਛਲੇ ਸਾਲ ਅਸੀਂ $70 ਮਿਲੀਅਨ ਵਿਲੀਅਮ ਆਸਟਰ ਦੇ ਸਿਸਟਮ ਨੂੰ ਦਿੱਤਾ। ਉਸ ਦੇ ਵਿੱਚ ਅਸੀਂ ਈਵਨ ਜਿਹੜੇ ਲੌਂਗ ਟਰਮ ਕੇਅਰ ਬੈਡਸ ਆ
ਪਿਛਲੇ ਅਸੀਂ ਕਹਿ ਸਕਦੇ ਹਾਂ ਵੀ ਆਲਮੋਸਟ 10 ਸਾਲਾਂ ਦੀ ਜਿਹੜੀ ਪਹਿਲੀ ਸਰਕਾਰ ਸੀ, ਲੌਂਗ ਟਰਮ ਕੇਅਰ ਬੈੱਡ ਦੀ ਬਰੈਂਪਟਨ ਵਿੱਚ ਕੋਈ ਇਨਵੈਸਟਮੈਂਟ ਨਹੀਂ ਸੀ। ਸਾਡੇ ਪਹਿਲੇ ਸਾਲ ਆਉਂਦਿਆਂ ਸਾਰ ਅਸੀਂ 260 ਨਵੇਂ ਬੈੱਡਸ ਅਨਾਊਂਸ ਕੀਤੇ ਸੀਗੇ ਅਤੇ 120 ਬੈੱਡ ਦੇ ਹੋਰ ਅਸੀਂ ਰੈਨੋਵੇਸ਼ਨ ਕਰਨ ਦੇ ਵੀ ਪੈਸੇ ਦਿੱਤੇ ਸੀਗੇ। ਉਹੀ ਜਿਹੜੇ ਬੈੱਡ ਜਿਹੜੇ ਬਣਨਗੇ ਉਹ ਹਸਪੀਟਲ ਦੇ ਪ੍ਰੈਸ਼ਰ ਅਲੀਵ ਕਰਨ ਵਾਸਤੇ ਬਣੂਗੇ। ਸੋ ਜਿਵੇਂ ਕਿ ਹਸਪੀਟਲ ਦੇ ਵਿੱਚ ਕਈ ਜਿਨ੍ਹਾਂ ਨੂੰ ਲੌਂਗ ਟਰਮ ਕੇਅਰ ਦੀ ਲੋੜ ਹੈਗੀ ਆ ਪਰ ਉਹਨਾਂ ਹਸਪੀਟਲ 'ਚ ਨਹੀਂ ਹੋਣਾ ਚਾਹੁੰਦੇ, ਨਹੀਂ ਹੋਣੇ ਚਾਹੀਦੇ, ਉੱਥੇ ਸਾਨੂੰ ਕਈ ਆਪਾਂ ਨੂੰ ਵਧੀਆ ਹੈਲਥ ਕੇਅਰ ਮਿਲ ਸਕਦੀ ਆ। ਅਸੀਂ ਅੰਟੈਰੀਓ ਹੈਲਥ ਟੀਮ ਵੀ ਇੱਥੇ ਬਰੈਂਪਟਨ ਵਿੱਚ ਲਿਆ ਰਹੇ ਹਾਂ, ਇੱਕ ਨਵਾਂ ਜੋ ਅਸੀਂ ਕਹਿ ਸਕਦੇ ਇਨੋਵੇਸ਼ਨ ਹੈਲਥ ਕੇਅਰ ਦੇ ਵਿੱਚ, ਉਹ ਬਰੈਂਪਟਨ ਦੇ ਵਿੱਚ ਸ਼ੁਰੂ ਹੋਣੀ ਆਉਣ ਵਾਲੇ ਸਾਲ 'ਚ। ਅਸੀਂ ਵਰਚੁਅਲ ਕੇਅਰ ਦੀ ਗੱਲ ਕਰਦੇ ਹਾਂ, ਅਸੀਂ ਡਿਜੀਟਲ ਕੇਅਰ ਦੀ ਗੱਲ ਕਰਦੇ ਹਾਂ, ਡਿਜੀਟਲਾਈਜੇਸ਼ਨ ਆਫ ਦ ਹੈਲਥ ਕੇਅਰ ਸਿਸਟਮ ਦੀ ਗੱਲ ਕਰਦੇ ਹਾਂ। ਇਹ ਸਾਰੇ ਪਲਾਨ ਜਿਹੜੇ ਹੈਗੇ ਸਾਡੇ ਪਹਿਲਾਂ ਤੋਂ ਸ਼ੁਰੂ ਹੋ ਕੇ ਇਹਨਾਂ ਦੇ ਜੋ ਇਫੈਕਟ ਹੈਗੇ ਆ ਇਹ ਲਾਗੂ ਹੁੰਦੇ ਜਾਣੇ ਆ। ਇਹ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ? ਮੈਂ ਬਸ ਕਹਿਣਾ ਚਾਹੂੰਗਾ ਕਿ ਆਪਾਂ ਐਜ਼ ਕਾਉਂਸਲਰਸ ਆਪਾਂ ਬਹੁਤ ਨੇੜੇ ਹੁੰਦੇ ਆ ਸਾਡੇ ਰੈਜ਼ੀਡੈਂਟਸ ਦੇ ਨਾਲ। ਹਰੇਕ ਪਾਰਕ ਦੇ ਵਿੱਚ ਪਤਾ ਹੁੰਦਾ ਪ੍ਰਧਾਨ ਕੌਣ ਆ, ਸਕੱਤਰ ਕੌਣ ਆ, ਸਾਡੇ ਸੀਨੀਅਰਸ ਕਲੱਬ ਦੇ ਵਿੱਚ ਯੂਥ ਗਰੁੱਪ ਸਾਰੇ ਜਾਣਦੇ ਆ, ਰਿਲੀਜੀਅਸ ਸੰਸਥਾ ਸਾਰੇ ਪਰਸਨਲੀ ਜਾਣਦੇ ਹੁੰਦੇ, ਕਰਕੇ ਸਾਰਿਆਂ ਦਾ ਕੰਮ ਮਿਊਨਿਸਪਲ ਕੋਈ ਨਾ ਕੋਈ ਹੁੰਦਾ ਆ ਤੇ ਆਪਾਂ ਉਹਨਾਂ ਦੀ ਆਵਾਜ਼ ਉਠਾਉਣੀ ਆ। ਇੰਨਾ ਬੁਰਾ ਹਾਲ ਹੋ ਗਿਆ ਕਿ ਇਹ ਕਾਉਂਸਲ ਕੋਲ ਸੁਣ ਨਹੀਂ ਹੁੰਦਾ ਐਨੀਮੋਰ ਤੇ ਸਾਨੂੰ ਆਪਾਂ ਇਹ ਸਮਝੇ ਸਾਡੀ ਜ਼ਿੰਮੇਵਾਰੀ ਆ ਕਿ ਆਪਾਂ ਅੱਗੇ ਜਾ ਕੇ ਹੋਰ ਅਗਰੈਸਿਵਲੀ ਜਿਹੜੀ ਹੈ ਇਹ ਮੰਗ ਹਸਪੀਟਲ ਦੀ ਐਮਰਜੈਂਸੀ ਰੂਮ ਦੀ ਆਪਾਂ ਹੋਰ ਵੀ ਲਾਊਡਰ ਕਰੀਏ। ਜੀ ਹਰਕੀਤ ਜੀ, ਜੇ ਆਪਾਂ ਦੇਖੀਏ ਆਬਾਦੀ ਪੱਖੋਂ, ਕਿਉਂਕਿ ਕੈਨੇਡਾ ਲੈਵਲ 'ਤੇ ਜੇ ਅਸੀਂ ਦੇਖੀਏ ਤਾਂ ਸਭ ਤੋਂ ਮੇਰੇ ਖਿਆਲ ਦੇ ਵਿੱਚ ਬਰੈਂਪਟਨ ਦਾ ਜਿਹੜਾ ਹੈਲਥ ਪੱਖੋਂ ਹਸਪੀਟਲ ਜਿਹੜਾ ਹੈਗਾ, ਸਾਡੇ ਇੱਕ ਹਸਪੀਟਲ ਹੈ ਔਰ ਆਬਾਦੀ ਜਿਹੜੀ ਹੈ ਸਾਡੀ ਕਿੰਨੇ ਤੋਂ ਕਿੰਨੇ ਵੱਧ ਕੇ ਹੋ ਗਈ ਹੈ। ਬਹੁਤ ਸਾਰੇ ਛੋਟੇ ਸ਼ਹਿਰਾਂ ਦੇ ਵਿੱਚ ਵੀ 2-2 ਹਸਪੀਟਲ ਨੇ। ਇਹਦੇ ਬਾਰੇ ਤੁਸੀਂ ਅੱਜ ਤੱਕ ਕੋਸ਼ਿਸ਼ ਕੀਤੀ ਪਹਿਲਾਂ ਕੋਈ? ਹਾਂਜੀ, ਸੋ ਸਾਨੂੰ ਸਾਲ ਹੋ ਗਿਆ ਇੱਥੇ। ਆਪਾਂ ਪਹਿਲੇ ਸਾਲ ਹੀ ਕਰਕੇ ਆਪਾਂ ਡੋਰ ਨਾਕਿੰਗ ਦੇ ਥਰੂ ਸਾਨੂੰ ਪਤਾ ਸੀਗਾ ਬਹੁਤ ਵੱਡਾ ਮਸਲਾ ਆ ਸਾਡੇ ਕਮਿਊਨਿਟੀ ਵਾਸਤੇ ਬਰੈਂਪਟਨ ਦੇ ਵਿੱਚ। ਇਸ ਕਰਕੇ ਆਪਾਂ ਪਹਿਲੇ ਸਾਲ ਹੀ ਆਪਾਂ ਪਟੀਸ਼ਨ ਜਿਹੜਾ ਆਪਾਂ ਲਾਂਚ ਕੀਤਾ ਸੀਗਾ, ਪਰ ਸਾਨੂੰ ਵੀ ਪਤਾ ਰੈਜ਼ੀਡੈਂਟਸ ਬਿਜ਼ੀ ਆ, ਇੰਨੇ ਖਿਆਲ ਨਹੀਂ ਰੱਖਦੇ ਤੇ ਇਸ ਕਰਕੇ ਸਾਨੂੰ ਲੱਗਿਆ ਹੋਰ ਵੀ ਤਰੀਕਾ ਸਾਨੂੰ ਲੱਭਣਾ ਪਊਗਾ ਉੱਥੇ ਐਡਵੋਕੇਟ ਕਰਨ ਨੂੰ, ਆਵਾਜ਼ ਉਠਾਉਣ ਨੂੰ। ਪਰ ਕੋਈ ਸ਼ੱਕ ਨਹੀਂ ਹੈਗੀ ਇਹ ਪ੍ਰੋਬਲਮ ਪਿਛਲੇ ਸਾਲ ਨਹੀਂ ਸ਼ੁਰੂ ਹੋਈ, ਇਹ ਬਹੁਤ ਲੰਬੇ ਸਮੇਂ ਦੀ ਪ੍ਰੋਬਲਮ ਆ। ਪਿਛਲੇ ਕਈ ਸਰਕਾਰਾਂ ਦੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਪੂਰੀ ਨਹੀਂ ਕੀਤੀ। ਜਿਹੜੇ ਇਨਵੈਸਟਮੈਂਟ ਦੀ ਲੋੜ ਸੀਗੀ 20 ਸਾਲ ਪਹਿਲਾਂ, ਕਰਕੇ ਸਾਨੂੰ ਪਤਾ ਸੀਗਾ ਕਿਹੜੇ ਸ਼ਹਿਰ ਆ, ਬਰੈਂਪਟਨ ਹੋਇਆ, ਮਿਲਟਨ ਹੋਇਆ, ਹੋਰ ਸ਼ਹਿਰ ਆ, ਕਿੰਨਾ ਇਹਨਾਂ ਦਾ ਗਰੋਥ ਹੋਣਾ ਆ, ਉਹਨਾਂ ਦੇ ਗਰੋਥ ਪਲਾਨ ਸਾਰਿਆਂ ਨੂੰ ਪਤਾ ਸੀਗਾ 20 ਸਾਲ ਪਹਿਲਾਂ। ਪਰ ਉਹ ਜਿਹੜੇ ਨੈਸੈਸਰੀ ਇਨਵੈਸਟਮੈਂਟਸ ਆ ਖਾਸ ਕਰਕੇ ਸਾਡੇ ਹੈਲਥ ਕੇਅਰ ਦੇ ਵਿੱਚ ਉਹ ਨਹੀਂ ਕੀਤੇ ਗਏ। ਤੇ ਪਰ ਹੁਣ ਜੇ ਆਪਾਂ ਅੱਜ ਦੇ ਸਮੇਂ ਦੇ ਵਿੱਚ ਆਈਏ, ਜਿਹੜਾ ਪੀਓ ਮੈਮੋਰੀਅਲ ਹਸਪੀਟਲ ਆ ਉਹਦੀ ਦੂਜੇ ਫੇਜ਼ ਦੀ ਗੱਲਬਾਤ ਚੱਲਦੀ ਆ। ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਉਹਨੇ 5 ਲੱਖ ਦਿੱਤਾ ਆ ਵਿਲੀਅਮ ਮਾਸਲਰ ਨੂੰ ਕਿ ਜਿਹੜਾ ਉਹ ਹਸਪੀਟਲ ਚਲਾਉਂਦਾ ਆ ਕਿ ਤੁਸੀਂ ਸਟੱਡੀ ਕਰੋ, ਬਿਜ਼ਨਸ ਪਲਾਨ ਤਿਆਰ ਕਰੋ। ਆਪਾਂ ਸਮਝਦੇ ਆ ਜਿਹੜਾ ਫੇਜ਼ 2 ਆ ਕਰਕੇ ਆਪਾਂ ਐਮਰਜੈਂਸੀ ਡਿਕਲੇਅਰ ਕੀਤੀ ਪਰਸੋਂ। ਸਾਡੀ ਮੰਗ ਇਹ ਆ ਕਿ ਛੇਤੀ ਤੋਂ ਛੇਤੀ ਜਿਹੜਾ ਫੇਜ਼ 2 ਆ ਇਹ ਬਣਾਇਆ ਜਾਵੇ ਤੇ ਨਾਲ ਦੀ ਨਾਲ ਇਸ ਫੇਜ਼ 2 ਦੇ ਵਿੱਚ ਇੱਕ ਹੋਰ ਐਮਰਜੈਂਸੀ ਰੂਮ ਜਿਹੜਾ ਆ ਇਸ ਸ਼ਹਿਰ ਲਈ ਉਹ ਵੀ ਬਣਾਇਆ ਜਾਵੇ, ਕਰਕੇ 2040 ਤੱਕ ਸਾਡੀ ਪਾਪੂਲੇਸ਼ਨ ਹੋ ਜਾਣੀ ਹੈ 9 ਲੱਖ, ਜੇ ਸਿਰਫ ਇੱਕੋ ਐਮਰਜੈਂਸੀ ਰੂਮ ਰਿਹਾ ਇਹ ਮੇਰੇ ਹਿਸਾਬ ਨਾਲ ਹੋਰ ਵੀ ਬਹੁਤ ਬੁਰਾ ਹਾਲ ਹੋਣਾ ਸਾਡੇ ਹੈਲਥ ਕੇਅਰ ਦਾ। ਅੱਛਾ, ਜੇ ਮੈਂ ਜੇ ਖਬਰਾਂ ਸੁਣ ਰਿਹਾ ਸੀ ਕਿ ਚਾਈਨਾ ਦੇ ਵਿੱਚ ਵਿਦਿਨ 15 ਡੇਜ਼ 1000 ਬੈੱਡ ਦਾ ਹਸਪੀਟਲ ਜਿਹੜਾ ਉਹ ਸਾਰਿਆ ਜਾ ਰਿਹਾ ਕਿਉਂਕਿ ਉੱਥੇ ਬਿਮਾਰੀ ਫੈਲੀ ਆ। ਸਾਡੇ ਇਹ ਜਿਹੇ ਵਿਕਸਿਤ ਦੇਸ਼ਾਂ ਦੇ ਵਿੱਚ ਹਸਪਤਾਲਾਂ ਨੂੰ ਬਰੇ ਲੱਗ ਜਾਂਦੇ ਨੇ, ਕਿਉਂ? ਤੁਸੀਂ ਬਹੁਤ ਵਧੀਆ ਪੁਆਇੰਟ ਲਾ ਕੇ ਆਏ ਆ। ਜਦੋਂ ਇਹ ਡੈਲੀਗੇਸ਼ਨ ਹੋਈ ਜਿਹੜੀ 3.5 ਘੰਟਿਆਂ ਦੀ, ਉੱਦਾਂ ਹਰੇਕ ਡੈਲੀਗੇਟ ਕੋਲ 5 ਮਿੰਟ ਦਾ ਟਾਈਮ ਹੁੰਦਾ ਆ। ਇਹ ਜਿਹੜੀ ਡੈਲੀਗੇਸ਼ਨ ਸੀਗੀ 3.5 ਘੰਟੇ ਡਾਕਟਰ ਨੇ ਡੈਲੀਗੇਸ਼ਨ ਕੀਤੀ, ਪਰ ਇਹਨੀ ਜਿਹੜੀਆਂ ਤਸਵੀਰਾਂ ਦਿਖਾਈਆਂ ਉਸ ਹਸਪੀਟਲ ਐਮਰਜੈਂਸੀ ਰੂਮ ਤੋਂ, ਜਿਹੜੇ ਹਾਲਵੇ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੀ ਉੱਥੇ ਟ੍ਰੀਟਮੈਂਟ ਕੀਤੀ ਆ। ਮੈਨੂੰ ਨਹੀਂ ਲੱਗਦਾ ਆਪਾਂ ਸੋਚੂਗੇ ਕਿ ਇਹ ਕੈਨੇਡਾ ਦੀਆਂ ਪਿਕਚਰਾਂ ਆ। ਤੇ ਜੇ ਹੋਰ ਦੇਸ਼ ਹੋਰ ਮੁਲਕ ਵਧੀਆ ਢੰਗ ਦੇ ਨਾਲ ਆਰਗੇਨਾਈਜ਼ ਕਰ ਸਕਦੇ ਆਪਣੀ ਹੈਲਥ ਕੇਅਰ ਤੇ ਆਪਾਂ ਸਮਝੇ ਕੈਨੇਡਾ ਕਈ ਅੱਗੇ ਆ ਹੋਰ ਦੇਸ਼ਾਂ ਤੋਂ ਤਰੱਕੀ ਦੇ ਵਿੱਚ, ਡਿਵੈਲਪਮੈਂਟ ਦੇ ਵਿੱਚ। ਤੇ ਕੋਈ ਰੀਜ਼ਨ ਨਹੀਂ ਹੈਗਾ ਕਿ ਸਾਡੀ ਹੈਲਥ ਕੇਅਰ ਜਿਹੜੀ ਉਹ ਹਾਲਵੇਜ਼ ਦੇ ਵਿੱਚ ਉਹ ਮਿਲੀ ਜਾਵੇ ਸਾਨੂੰ ਸਾਡੇ ਰੈਜ਼ੀਡੈਂਟਸ
ਰੈਜ਼ੀਡੈਂਟਸ ਨੂੰ। ਅੱਛਾ, ਜੇ ਆਪਾਂ ਦੇਖੀਏ ਓਨਟਾਰੀਓ ਦੇ ਵਿੱਚ ਲਗਭਗ 10 ਹਸਪਤਾਲ ਦੱਸ ਰਹੇ ਨੇ ਜਿੱਥੇ ਓਵਰ ਲਿਮਟ ਤੋਂ ਵੱਧ ਜਿਹੜੇ ਮਰੀਜ਼ਾਂ ਦੀ ਗਿਣਤੀ ਹੋ ਰਹੀ ਹੈ, ਤੇ ਕੀ ਤੁਹਾਡੇ ਖਿਆਲ ਦੇ ਵਿੱਚ ਇਹਨਾਂ 10 ਦੇ ਵਿੱਚੋਂ ਸਭ ਤੋਂ ਵੱਧ ਮੰਦਾ ਹਾਲ ਬਰੈਂਪਟਨ ਦੇ ਹਸਪੀਟਲ ਜਿਹਦੇ ਕਰਕੇ ਤੁਹਾਨੂੰ ਮੁੱਦਾ ਚੱਕਣਾ ਨਹੀਂ, ਜਿਹੜੀ ਇਹ ਰਿਪੋਰਟ ਆਈ ਇਹ ਐਮਰਜੈਂਸੀ ਰੂਮਸ ਦੀ, ਇਹਦੇ ਵਿੱਚ ਬਰੈਂਪਟਨ ਦਾ ਨਹੀਂ ਮੈਂਸ਼ਨ ਸੀਗਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਨੂੰ ਲੋੜ ਨਹੀਂ ਹੈਗੀ ਬਰੈਂਪਟਨ ਵੱਲ ਖਿਆਲ ਰੱਖਣ ਨੂੰ, ਕਿਉਂਕਿ ਜਿਹੜੇ ਇਸ਼ੂਜ਼ ਆਉਂਦੇ, ਜਿਹੜੇ ਕੇਸਿਸ ਆਉਂਦੇ ਆ, ਜਿਹੜੇ ਡੈਥਸ ਵੀ ਹੋਏ ਆ, ਉਹ ਕੋਈ ਕਹਿ ਲਓ ਕੋਈ ਸਟ੍ਰੇਂਜਰਸ ਨਹੀਂ ਸੀਗੇ, ਉਹ ਸਾਡੇ ਦੋਸਤਾਂ ਮਿੱਤਰਾਂ ਦੇ ਵਿੱਚੋਂ ਸੀਗੇ, ਆਪਾਂ ਖੁਦ ਪਰਿਵਾਰਾਂ ਨੂੰ ਜਾਣਦੇ ਸੀਗੇ, ਸਾਡੇ ਰੈਜ਼ੀਡੈਂਟਸ ਸੀਗੇ, ਸਾਡੇ ਫੈਮਿਲੀ ਮੈਂਬਰਸ ਨੇ, ਐਂਡ ਇਸ ਕਰਕੇ ਆਪਾਂ ਉਹਨਾਂ ਦੀ ਆਵਾਜ਼ ਉਠਾਉਂਦੇ। ਸਾਨੂੰ ਪਤਾ ਹੈ ਜੇ ਆਪਾਂ ਦੇਖੀਏ ਫੰਡਿੰਗ ਵਾਈਜ਼ ਪਰ ਐਵਰੇਜ ਫੰਡਿੰਗ ਜਿਹੜੀ ਆ ਸਾਡੀ ਪ੍ਰੋਵਿੰਸ਼ੀਅਲ ਐਵਰੇਜ ਨਾਲੋਂ ਆਧਾ half ਆ, ਤੇ ਜਿਹੜਾ ਪਰ ਬੈਡਸ ਜਿੰਨੇ ਬੈਡਸ ਦੀ ਲੋੜ ਹੁੰਦੀ ਆ ਉਹਦਾ ਜਿਹੜਾ ਐਵਰੇਜ ਹੁੰਦਾ ਆ ਉਹ ਹੁੰਦਾ 0.96 per 1000 residents, sorry ਬਰੈਂਪਟਨ ਦੇ ਵਿੱਚ 0.96 ਆ, ਉਹਦਾ over 2.1 ਹੋਣਾ ਚਾਹੀਦਾ। 2.1 ਹੋਣਾ yeah, ਚਾਹੀਦਾ। so half again ਜਿਹੜੇ ਬੈਡਸ ਦੀ ਲੋੜ ਆ। ਹਰਕੀਤ ਜੀ, ਕੁਐਸਚਨ ਹੋਰ ਵੀ ਬਹੁਤ ਨੇ ਪਰ ਸਮਾਂ ਹੋ ਗਿਆ ਬ੍ਰੇਕ ਦਾ, ਤੁਸੀਂ ਕਿਤੇ ਨਾ ਜਾਇਓ, ਅਸੀਂ ਬ੍ਰੇਕ ਤੋਂ ਬਾਅਦ ਹੁਣੀ ਵਾਪਸ ਆਉਂਦੇ ਹਾਂ ਤੇ ਹੋਰ ਵੀ ਪੁੱਛਦੇ ਹਾਂ ਸਵਾਲ ਹਰਕੀਤ ਸਿੰਘ ਜੀ ਨੂੰ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਤੇ ਸਾਡੀ ਗੱਲਬਾਤ ਹੋ ਰਹੀ ਹੈ ਬਰੈਂਪਟਨ ਦੇ ਵਾਰਡ ਨੰਬਰ 9 ਅਤੇ 10 ਤੋਂ ਕੌਂਸਲਰ ਹਰਕੀਰਤ ਸਿੰਘ ਜੀ ਦੇ ਨਾਲ, ਤੇ ਗੱਲਬਾਤ ਅਸੀਂ ਕਰ ਰਹੇ ਹਾਂ ਜਿਹੜੀ ਹੈਲਥ ਐਮਰਜੈਂਸੀ ਲਾਈ ਹੈ ਬਰੈਂਪਟਨ ਦੇ ਵਿੱਚ, ਹੈਲਥ ਕੇਅਰ ਐਮਰਜੈਂਸੀ, ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਅੱਛਾ, ਮੈਨੂੰ ਇਹ ਵੀ ਪਤਾ ਲੱਗਾ ਕਿ ਹਸਪਤਾਲ ਜਿਹੜਾ ਹੈਗਾ ਇਹ ਤੇ 10,000 ਵਿਜ਼ਿਟ ਜਿਹੜੇ ਨੇ ਉਹਦੀ ਇਹਨਾਂ ਦੀ ਜਿਹੜੀ ਹੈਗੀ ਆ ਗੁੰਜਾਇਸ਼ ਹੈ, ਪਰ ਇੱਥੇ 75,000 ਜਿਹੜੇ ਵਿਜ਼ਿਟ ਕਰਦੇ ਨੇ, ਇਹ ਵੀ ਇੱਕ ਵੱਡੀ ਦਿੱਕਤ ਆ ਰਹੀ ਹੈ। ਹਾਂਜੀ ਬਿਲਕੁਲ, ਜਿਹੜਾ ਇਹ ਅਰਜੈਂਟ ਕੇਅਰ ਸੈਂਟਰ ਆ ਪੀਓ ਮੈਮੋਰੀਅਲ ਦੇ ਵਿੱਚ, ਬਿਲਕੁਲ ਆ ਡਾਕਟਰ ਨੇ ਵੀ ਇਹ ਸਟੈਟ ਸ਼ੇਅਰ ਕੀਤੇ, ਸਿਟੀ ਨੇ ਵੀ, ਕਿ ਬਣਾਇਆ ਗਿਆ 10,000 ਵਿਜ਼ਿਟਸ ਲਈ, ਹੁੰਦੇ ਆ 75,000 ਵਿਜ਼ਿਟਸ। ਅੱਛਾ, ਜਿਹੜੀ ਤੁਸੀਂ ਆਪਣੇ ਸਰਕਾਰੀ ਸਾਹਿਬ ਦੀ ਆਪਾਂ ਗੱਲ ਕੀਤੀ ਆ, ਉਹਨਾਂ ਨੇ ਇਹ ਤਾਂ ਮੰਨ ਲਿਆ ਵੀ ਹਾਂ ਦਿੱਕਤ ਹੈ, ਪਰ ਉਹਨਾਂ ਨੇ ਇਹਦੇ ਹੱਲ ਲਈ ਕੋਈ ਗੱਲ ਨਹੀਂ ਕੀਤੀ ਕਿ ਇਹਦਾ ਹੱਲ ਕੀ ਹੋ ਸਕਦਾ। ਜੇ ਆਪਾਂ ਹਸਪਤਾਲ ਦੀ ਵੀ ਗੱਲ ਲਾਈਏ ਤਾਂ ਉਹਨੂੰ ਵੀ ਮੇਰੇ ਖਿਆਲ ਦੇ ਵਿੱਚ 10 ਸਾਲ ਤੋਂ ਵੀ ਵੱਧ ਸਮਾਂ ਲੱਗ ਸਕਦਾ। ਸੋ ਇਹ ਦੋ ਗੱਲਾਂ, ਇੱਕ ਤੀਜੀ ਹਸਪਤਾਲ ਦੀ ਗੱਲਬਾਤ ਚੱਲਦੀ ਆ, ਉਹ ਸਾਨੂੰ ਪਤਾ 20 ਸਾਲ ਦਾ ਟਾਈਮ ਫਰੇਮ ਹੁੰਦਾ, ਪਹਿਲਾਂ ਸਿਟੀ ਨੇ ਜ਼ਮੀਨ ਐਲੋਕੇਟ ਕਰਨੀ ਆ, ਫਿਰ ਬਿਜ਼ਨਸ ਪਲਾਨਸ ਬਣਾਉਣੇ, ਉਹ ਬਹੁਤ ਲੰਬੇ ਸਮੇਂ ਦੀ ਗੱਲ ਆ। ਦੂਜੀ ਗੱਲ ਆ, ਤੇ ਇਸ ਕਰਕੇ ਆਪਾਂ ਐਮਰਜੈਂਸੀ ਡਿਕਲੇਅਰ ਕੀਤੀ ਆ, ਕਿਉਂਕਿ ਜਿਹੜਾ ਪੀਓ ਮੈਮੋਰੀਅਲ ਹਸਪਤਾਲ ਆ, ਜਿਹੜਾ ਆਪਾਂ ਫੁੱਲ ਹਸਪਤਾਲ ਵੀ ਨਹੀਂ ਕਹਿ ਸਕਦੇ, ਉੱਥੇ ਐਮਰਜੈਂਸੀ ਰੂਮ ਨਹੀਂ ਹੈਗਾ, ਪਰ ਉਹ ਕਹਿ ਲਓ ਅੱਧਾ ਹਸਪਤਾਲ ਜਿਹੜਾ ਹੈਗਾ ਆ, ਉੱਥੇ ਉਹਦੀ ਦੂਜੀ ਫੇਜ਼ ਦੀ ਗੱਲਬਾਤ ਚੱਲਦੀ ਆ, ਤੇ ਉਹਦੇ ਵਿੱਚ ਪ੍ਰਮੀ ਸਰਕਾਰੀਆ ਜੀ ਵੀ ਕਾਫੀ ਇਨਵੋਲਵਡ ਆ। ਪਿਛਲੇ ਸਮੇਂ ਦੇ ਥੋੜੇ ਮਹੀਨੇ ਪਹਿਲਾਂ ਉਹਨੇ 5 ਲੱਖ ਵੀ ਦਿੱਤਾ ਵਿਲੀਅਮ ਆਜ਼ਲਰ ਨੂੰ ਕਿ ਆਪਾਂ ਉਹਦੀ ਸਟੱਡੀ ਕਰੀਏ, ਬਿਜ਼ਨਸ ਪਲਾਨ ਤਿਆਰ ਕਰੀਏ, ਤੇ ਉਹ ਆਪਾਂ ਐਜ਼ ਅ ਸਿਟੀ ਚਾਹੁੰਦੇ ਆ ਉਹ ਛੇਤੀ ਤੋਂ ਛੇਤੀ ਜਿਹੜਾ ਫੇਜ਼ 2 ਆ ਕੰਪਲੀਟ ਕੀਤਾ ਜਾਵੇ। ਜਿਹੜੇ ਡੈਲੀਗੇਸ਼ਨ ਆਏ, ਜਿਹੜੀ ਪ੍ਰੈਜੈਂਟੇਸ਼ਨ ਹੋਈ ਸਾਡੇ ਸਿਟੀ ਦੇ ਵਿੱਚ ਡਾਕਟਰ ਕੁਲਵਿੰਦਰ ਨੇ ਕੀਤੀ, ਉਨੀ ਟਾਈਮ ਫਰੇਮ ਕਿ 2 ਸਾਲਾਂ ਦੇ ਵਿੱਚ ਸਾਡਾ ਫੇਜ਼ 2 ਕੰਪਲੀਟ ਹੋਣਾ ਚਾਹੀਦਾ। ਸਿਟੀ ਦੀ ਦੂਜੀ ਮੰਗ ਆ ਕਿ ਜਿਹੜਾ ਉਹ ਫੇਜ਼ 2 ਆ ਉਹਨੇ ਐਕਚੁਅਲੀ ਉਹਦੇ ਵਿੱਚ ਐਮਰਜੈਂਸੀ ਰੂਮ ਦਾ ਨਹੀਂ ਕੀਤਾ, ਤੇ ਸਾਨੂੰ ਲੋੜ ਆ 2 ਐਮਰਜੈਂਸੀ ਰੂਮ ਹੋਣ ਕਰਕੇ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ 2040 ਤੱਕ ਸਾਡੀ ਲੀਗਲ ਪਾਪੂਲੇਸ਼ਨ ਜਿਹੜੀ ਆ ਉਹ 9 ਲੱਖ ਤੱਕ ਪਹੁੰਚ ਜਾਣੀ ਆ, ਤੇ ਜੇ ਸਾਡਾ ਇੱਕੋ ਹੀ ਐਮਰਜੈਂਸੀ ਰੂਮ ਰਿਹਾ ਸਾਡਾ ਹੋਰ ਵੀ ਬਹੁਤ ਬੁਰਾ ਹਾਲ ਹੋਣਾ। ਅੱਛਾ ਹਰਕੀਤ ਜੀ, ਇੱਕ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਇਹ ਬਹੁਤ ਵੱਡਾ ਦੁੱਖ ਵੀ ਹੈ, ਤੇ ਆਪਣੇ 5 ਦੇ 5 MP ਪੰਜਾਬੀ। ਹਾਂਜੀ, ਜੇ ਅਸੀਂ ਦੇਖੀਏ ਜਿਹੜੇ MPP ਨੇ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਪੰਜਾਬੀ, 4 ਮੇਰਾ ਖਿਆਲ ਪੰਜਾਬੀ ਉਹਦੇ ਵਿੱਚ ਪੰਜਾਬੀ ਨੇ। ਅੱਛਾ, ਜਦੋਂ ਗੱਲ ਇਲੈਕਸ਼ਨ ਦੀ ਆਉਂਦੀ ਆ ਤਾਂ ਜਿਹੜੇ ਫੈਡਰਲ ਵਾਲੇ ਨੇ ਉਹ ਕਹਿ ਦਿੰਦੇ ਨੇ ਜੀ ਇਹ ਸਾਡਾ ਹੈਲਥ ਦਾ ਮਾਮਲਾ ਸਾਡਾ ਨਹੀਂ, ਇਹ ਪ੍ਰੋਵਿੰਸ ਦਾ। ਪ੍ਰੋਵਿੰਸ ਦੀ ਜਦੋਂ ਆਉਂਦੀ ਆ ਇਲੈਕਸ਼ਨ ਦੀ ਵਾਰੀ, ਉਹਨਾਂ ਤੋਂ ਲੋਕ ਪੁੱਛਦੇ, ਉਹ ਕਹਿੰਦੇ ਨਹੀਂ ਜੀ ਇਹ ਸਿਟੀ ਦਾ। ਅਸਲ ਦੱਸੋ ਇਹ ਕਿਹਦੇ ਹੱਥ 'ਚ, ਕਿਹਦੇ ਅੰਡਰ ਆਉਂਦਾ, ਕੌਣ ਆ ਜ਼ਿੰਮੇਵਾਰੀ ਦੀ? ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ। ਮੈਂ ਇੰਨਾ ਜ਼ਰੂਰ ਜ਼ਿਕਰ ਦੱਸਣਾ ਚਾਹੁੰਦਾ ਕਿ ਆਪਾਂ ਜਦੋਂ ਇਲੈਕਟ ਹੋਇਆ ਕਰਕੇ ਇੰਨੇ ਡੋਰ ਨਾਕਿੰਗ ਕੀਤੀ ਆ, ਤੇ ਇੰਨਾ ਸੁਣਿਆ ਕਿ ਰੈਜ਼ੀਡੈਂਟਸ ਹੋ ਕਰਕੇ
ਹਸਪੀਟਲ ਜਿਹੜਾ ਤੁਹਾਨੂੰ ਵੀ ਪਤਾ ਮੇਰੇ ਵਾਰਡਸ ਦੇ ਵਿੱਚ ਹੀ ਆਂਦਾ ਆ ਮੇਰੇ ਏਰੀਆ ਦੇ ਵਿੱਚ ਕਿ ਇੰਨਾ ਬੁਰਾ ਹਾਲ ਆ ਕਿ ਆਪਾਂ ਸਮਝਿਆ ਆਪਾਂ ਰਾਈਟ ਅਵੇ ਸ਼ੁਰੂ ਕਰੀਏ ਇਸ ਕੰਮ ਤੇ ਸੋ ਆਪਾਂ ਜਿਹੜੀ ਪਟੀਸ਼ਨ ਆ ਜਿਹੜੀ ਸਾਡੀ ਮਿਊਨਿਸਪਲ ਸਰਕਾਰ ਆ ਆਪਾਂ 2-3 ਮਹੀਨਿਆਂ ਇਲੈਕਸ਼ਨ ਤੋਂ ਬਾਅਦ ਆਪਾਂ ਸ਼ੁਰੂ ਕੀਤਾ ਇਹ ਆਵਾਜ਼ ਉਠਾਉਣੇ ਦੇ ਵਿੱਚ ਪਰ ਜਿਹੜਾ ਤੁਸੀਂ ਦੂਜਾ ਸਵਾਲ ਪੁੱਛਿਆ ਇਹਦੇ ਵਿੱਚ ਕਾਫੀ ਕਨਫਿਊਜ਼ਨ ਆ ਜਿਹੜੀ ਫੈਡਰਲ ਸਰਕਾਰ ਆ ਉਹ ਫੰਡਿੰਗ ਜ਼ਰੂਰ ਦਿੰਦੀ ਆ ਥਰੂ ਫੈਡਰਲ ਟ੍ਰਾਂਸਫਰ ਪੇਮੈਂਟ ਪਰ ਜਿਹੜਾ ਮੈਜੋਰਟੀ ਆ ਉਹ ਹੈਗਾ ਪ੍ਰੋਵਿੰਸ਼ੀਅਲ ਸਰਕਾਰ ਕੋਲ ਕਿਉਂਕਿ ਉਹਨੀ ਸ਼ਹਿਰਾਂ ਨੂੰ ਹਸਪੀਟਲਸ ਨੂੰ ਉਹਨੀ ਫੰਡਿੰਗ ਦੇਣੀ ਆ ਮਿਊਨਿਸਪਲ ਸਰਕਾਰ ਦੇ ਥੋੜੇ ਜਿਹੇ ਰੋਲ ਹੈਗੇ ਆ ਇੱਕ ਉਹ ਜ਼ਮੀਨ ਜਿੱਦਾਂ ਤੀਜੇ ਹਸਪੀਟਲ ਲਈ ਆਪਾਂ ਖਰੀਦ ਕੇ ਰੱਖ ਸਕਦੇ ਆ ਤੇ ਜਿਹੜੀ ਫੰਡਿੰਗ ਆ ਹਸਪੀਟਲ ਦੀ ਜਾਂ ਕਹਿ ਲਓ ਆਪਾਂ ਫੇਜ਼ 2 ਦੀ ਗੱਲ ਕਰਦੇ ਆ ਪੀਓ ਮੈਮੋਰੀਅਲ ਦੇ ਵਿੱਚ ਥੋੜੇ ਜਿਹਾ ਹਿੱਸਾ ਉਹਨੂੰ ਕਹਿੰਦੇ ਹੁੰਦੇ ਲੋਕਲ ਸ਼ੇਅਰ ਉਹ ਸਿਟੀ ਤੇ ਪਾਇਆ ਜਾਂਦਾ ਆ ਪਰ ਮੈਂ ਤੁਹਾਨੂੰ ਇੱਕ ਹੈਰਾਨ ਵਾਲੀ ਗੱਲ ਦੱਸ ਦਿੰਦਾ ਹੈਰਾਨੀ ਵਾਲੀ ਗੱਲ ਆਪਾਂ ਗੱਲ ਕਰਦੇ ਆ ਫੰਡ ਦਾ ਇਨੀ 5 ਲੱਖ ਦਿੱਤਾ ਬਰੈਂਪਟਨ ਨੂੰ ਵਿਲੀਅਮ ਆਸਲਰ ਦੀ ਸਟੱਡੀ ਲਈ ਜਿਹੜਾ ਹਸਪੀਟਲ ਡਗ ਫੋਰ ਦੇ ਰਾਈਟਿੰਗ ਦੇ ਵਿੱਚ ਉਹਨਾਂ ਨੂੰ ਮਿਲਿਆ ਸੀਗਾ $1.5 ਮਿਲੀਅਨ 2018 ਦੇ ਵਿੱਚ ਤੇ ਉਹਨਾਂ ਦਾ ਆਲਰੇਡੀ ਅਪਰੂਵਲ ਹੋ ਗਿਆ ਫॉर 350 ਮਿਲੀਅਨ ਸਕੁਆਇਰ ਫੁੱਟ ਪੇਸ਼ੈਂਟ ਟਾਵਰ ਸੋ ਮੈਨੂੰ ਲੱਗਦਾ ਕਰਕੇ ਮੇਬੀ ਸ਼ਾਇਦ ਕਰਕੇ ਸਾਡੇ ਉਹ ਸਰਕਾਰ ਦੇ ਉਸ ਪਾਰਟੀ ਦੇ ਨਹੀਂ 5 ਮੈਂਬਰ ਹੈਗੇ ਸਾਡੇ 3 ਆਪੋਜੀਸ਼ਨ ਦੇ ਵਿੱਚ ਵੀ ਆ ਮੇਬੀ ਇਹ ਵੀ ਥੋੜਾ ਜਿਹਾ ਰੋਲ ਪਲੇ ਕਰਦਾ ਆ ਇੱਕ ਇਹ ਨਹੀਂ ਕਰ ਰਿਹਾ ਜਿਹੜੇ ਸਾਡੇ ਮੇਅਰ ਸਾਹਿਬ ਤੇ ਡਗ ਫੋਰਡ ਸਾਹਿਬ ਦੇ ਵਿਚਕਾਰ ਟਕਰਾਅ ਸ਼ੁਰੂ ਤੋਂ ਚੱਲ ਰਿਹਾ ਉਹਨਾਂ ਆਪਸੀ ਚੱਲ ਰਹੀ ਹੈ ਖਹਿਬਾਜੀ ਇਹਦੇ ਨਾਲ ਇਹਦਾ ਭੁਗਤਾਨ ਲੋਕਾਂ ਨੂੰ ਬਰੈਂਪਟਨ ਦੇ ਲੋਕਾਂ ਨੂੰ ਨਹੀਂ ਦੇਣਾ ਪੈ ਰਿਹਾ ਨੋ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਕੋਈ ਸ਼ੱਕ ਨਹੀਂ ਹੈਗੀ ਕਿ ਇਹਨਾਂ ਦੇ ਰਿਲੇਸ਼ਨ ਕਾਫੀ ਖਰਾਬ ਸੀਗੇ ਪਰ ਹੁਣ ਆਸਬਜੀ ਆ ਲੋਕ ਕਹਿੰਦੇ ਜਿਹੜਾ ਤੁਸੀਂ ਮਤਾ ਲਿਆਂਦਾ ਹੋ ਸਕਦਾ ਇਹਨਾਂ ਦੋਨਾਂ ਨੂੰ ਇਕੱਠੇ ਕਰ ਦੇਵੇ ਸਾਡੇ ਪ੍ਰੀਮੀਅਰ ਫੋਰਡ ਤੇ ਪੈਟਰਿਕ ਬਰਾਊਨ ਦੀ 1-on-1 ਮੀਟਿੰਗ ਹੋ ਰਹੀ ਆ ਤੇ ਪਹਿਲੀ ਵਾਰੀ ਹੋ ਰਹੀ ਆ ਸਿੰਸ ਇਲੈਕਸ਼ਨ ਦੇ ਵਿੱਚ ਮੇਰੇ ਸਾਹਮਣੇ ਟਾਈਮ ਦੇ ਨਾਲ ਸਾਰਾ ਕੁਝ ਹੀਲ ਇੱਕ ਤੁਸੀਂ ਵੀ ਦੇਖਿਆ ਪ੍ਰੈਕਟੀਕਲੀ ਮੈਂ ਵੀ ਆਪਣਾ ਨਿੱਜੀ ਤੌਰ ਤੇ ਮੇਰਾ ਵੀ ਜਿੰਨਾ ਤਜਰਬਾ ਹੈਗਾ ਮੈਂ ਅਸੀਂ ਹਸਪੀਟਲ ਨਾਲ ਬਾਹ ਵਾਸਤਾ ਪਿਆ ਮੈਂ ਦੇਖਿਆ ਉਹਨਾਂ ਦਾ ਵਤੀਰਾ ਬਹੁਤ ਸਾਰੇ EMPLOYEE ਦਾ ਸਾਰਿਆਂ ਦਾ ਨਹੀਂ ਬਹੁਤ ਸਾਰੇ ਵੀ ਚੰਗੇ EMPLOYEE ਵੀ ਨੇ ਬਹੁਤ ਸਾਰਿਆਂ ਦਾ ਵਤੀਰਾ ਵੀ ਬਹੁਤ ਮਾੜਾ ਹੁੰਦਾ ਹਾਲਾਂਕਿ ਅਸੀਂ ਕਈ ਵਾਰੀ ਇਹ ਦੇਖਿਆ ਕਿ ਬਹੁਤ ਜਿਹੜੇ ਐਮਰਜੈਂਸੀ ਦੇ ਵਿੱਚ ਪਹੁੰਚਦੇ ਨੇ ਉਹਨਾਂ ਦੀ ਸਾਰ ਤੱਕ ਨਹੀਂ ਲਈ ਜਾਂਦੀ ਔਰ ਕਈ ਬੰਦੇ ਮੈਂ ਇਹ ਸੁਣ ਤੱਕ ਆਇਆ ਕਿ ਉੱਥੇ ਕਈਆਂ ਦੀ ਡੈਥ ਵੀ ਹੋਈ ਹਾਂਜੀ ਬਿਲਕੁਲ ਹੋਈ ਆ ਐਂਡ ਦੈਟਸ ਵਾਈ ਜਦੋਂ ਇਹ ਸਟੋਰੀਜ਼ ਇਵਨ ਪਰਸਨਲ ਹੁੰਦੇ ਆ ਜਦੋਂ ਆਪਾਂ ਜਾਣਦੇ ਹੁੰਦੇ ਆ ਸਾਡੇ ਕੋਲ ਇਦਾਂ ਨਹੀਂ ਕਹਿ ਹੁੰਦਾ ਕਿ ਸਾਡਾ ਸਿਟੀ ਦਾ ਰੋਲ ਨਹੀਂ ਹੈਗਾ ਇਹਦੇ ਵਿੱਚ ਸਾਡੀ ਜ਼ਿੰਮੇਵਾਰੀ ਨਹੀਂ ਸਾਡੀ ਜੁਰਿਸਡਿਕਸ਼ਨ ਨਹੀਂ ਹੈਗੀ ਤੇ ਉਹ ਪਰਿਵਾਰਾਂ ਨੇ ਉਹ ਇਹ ਗੱਲ ਜਿੱਦਾਂ ਉਹਨਾਂ ਨੂੰ ਨਾ ਰਿਲੈਕਸ ਕਰਦੀ ਆ ਨਾ ਉਹ ਸਮਝਦੇ ਆ ਉਹਨਾਂ ਨੂੰ ਸਾਰੇ ਜਿਹੜੇ ਇਲੈਕਟਿਡ ਅਫੀਸ਼ੀਅਲ ਆ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਉਹ ਆਵਾਜ਼ ਉਠਾਉਣ ਅੱਛਾ ਇੱਕ ਜੇ ਸਿਟੀ ਇੱਕ ਚੀਜ਼ ਤਾਂ ਕਰ ਸਕਦੀ ਹੈ ਮੇਰੇ ਖਿਆਲ ਦੇ ਵਿੱਚ ਸਾਡੇ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਵੀ ਅਸੀਂ ਜਾਂਦੇ ਹਾਂ ਹਸਪੀਟਲ ਦੇ ਵਿੱਚ ਕਈ ਲੋਕ ਬਿਨਾਂ ਮਤਲਬ ਤੇ ਐਮਰਜੈਂਸੀ ਦੇ ਵਿੱਚ ਚਲੇ ਜਾਂਦੇ ਨੇ ਜਿੱਥੇ ਉਹਨਾਂ ਤੇ ਵਾਧੂ ਦਾ ਭਾਰ ਬਣ ਜਾਂਦਾ ਔਰ ਖਰਚੇ ਵੀ ਜਿਹੜੇ ਨੇ ਉਹ ਸਾਡੇ ਤੇ ਪੈਂਦੇ ਨੇ ਕਿਉਂ ਨਾ ਹੋਵੇ ਤੇ ਸਿਟੀ ਵੱਲੋਂ ਜਿਹੇ ਇੰਤਜ਼ਾਮ ਕੀਤੇ ਜਾਣ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਤੁਹਾਡਾ ਹੈਲਥ ਕਾਰਡ ਨਹੀਂ ਚੱਲਦਾ ਹੈਲਥ ਕਾਰਡ ਦੇ ਨਾਲ ਤੁਹਾਡਾ ਟੈਕਸ ਵੀ ਜਾਂਦਾ ਕਿੰਨਾ ਜਾਂਦਾ ਕਿ ਕਿਸ ਤਰੀਕੇ ਨਾਲ ਜਾਂਦਾ ਜੇ ਛੋਟੀਆਂ ਮੋਟੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਲਈ ਸੈਂਟਰ ਜਿਵੇਂ ਪਹਿਲਾਂ ਪ੍ਰਪੋਜ਼ਲ ਸੀ ਕਿ ਸੈਂਟਰ ਬਣਾਏ ਜਾਣ ਜਿੱਥੇ ਜਾ ਕੇ ਛੋਟੀ ਮੋਟੀ ਬਿਮਾਰੀ ਦਾ ਲੋਕ ਇਲਾਜ ਕਰਵਾ ਸਕਣ no I think even ਜੇ ਆਪਾਂ ਸਾਡੇ ਕਮਿਊਨਿਟੀ ਨੂੰ ਐਜੂਕੇਟ ਕਰੀਏ ਕਿ ਰੈਗੂਲਰ ਚੈੱਕਅਪਸ ਕਰਨ ਲਈ ਬਹੁਤੇ ਹੁਣ I mean ਸਾਡੇ ਫੈਮਿਲੀਜ਼ ਦੇ ਵਿੱਚ ਹੀ ਬਹੁਤੇ ਜਿਹੜੇ ਕਦੀ ਚੈੱਕਅਪ ਨਹੀਂ ਕਰਨਾ ਪਰ ਜਦੋਂ ਕੋਈ ਨਾ ਕੋਈ ਫਲੂ ਹੋਣਾ ਖੰਘ ਹੋਣੀ ਆ ਉਹਨੀ ਜਦੀ ਐਮਰਜੈਂਸੀ ਰੂਮ ਭੱਜਣਾ ਰਾਈਟ ਸੋ ਜ਼ਰੂਰ ਇਹ ਐਜੂਕੇਸ਼ਨ ਦੀ ਲੋੜ ਜ਼ਰੂਰ ਹੈਗੀ ਆ ਮੈਂ ਇੰਨਾ ਵੀ ਕਹੂੰਗਾ ਤਾਂ ਇੱਥੇ ਫੈਮਿਲੀ ਡਾਕਟਰਸ ਖਾਸ ਕਰਕੇ ਬਰੈਂਪਟਨ ਦੇ ਵਿੱਚ ਵੀ ਕਾਫੀ ਘਾਟ ਆ ਤੇ ਸਾਨੂੰ ਲੋੜ ਆ ਇੱਧਰ ਵੀ ਖਿਆਲ ਰੱਖੀਏ ਪਰ ਜਿਹੜਾ ਐਜੂਕੇਸ਼ਨ ਆ ਡੈਫੀਨਿਟਲੀ ਇਹਦੀ ਲੋੜ ਹੈਗੀ ਆ ਜੀ ਅੱਛਾ ਜੇ ਆਪਾਂ ਦੇਖੀਏ ਜਿਹੜਾ ਸੈਂਟਰ ਖੋਲ੍ਹਿਆ ਹੋਇਆ ਜੇ ਉਹ ਥੋੜੇ ਸਮੇਂ ਲਈ ਦਿਨ ਖੁੱਲਦਾ ਹਾਂਜੀ ਕੀ ਤੁਹਾਡੇ ਖਿਆਲ ਦੇ ਵਿੱਚ ਜੇ ਉਹਨੂੰ 24 ਆਵਰ ਕਰ ਦਿੱਤਾ ਜਾਵੇ ਉਹਦਾ ਫਾਇਦਾ ਹੋਊ ਇਹੀ ਐਗਜ਼ੈਕਟਲੀ ਸਾਡੀ ਮੰਗ ਆ ਜਿਹੜਾ ਉਹ ਅਰਜੈਂਟ ਕੇਅਰ ਆ ਉਹ ਆਪਾਂ ਚਾਹੁੰਦੇ ਫੁੱਲ ਫਲੈਜ 24 ਆਵਰ ਐਮਰਜੈਂਸੀ ਰੂਮ ਜਿਹੜਾ ਉਹ ਬਣਾਇਆ ਜਾਵੇ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸ ਦਿੰਦਾ ਸਮਰ ਦੇ ਵਿੱਚ ਇਹ ਸਰਕਾਰ ਨੇ LCBO ਦੇ ਆਵਰਸ ਵਧਾਏ ਸੀਗੇ ਇਸ ਜਨਵਰੀ ਜਿਹੜਾ ਉਹ ਅਰਜੈਂਟ ਕੇਅਰ ਸੈਂਟਰ ਆ ਪਹਿਲਾਂ 10 ਵਜੇ ਬੰਦ ਹੁੰਦਾ ਸੀਗਾ ਹੁਣ 9 ਵਜੇ ਬੰਦ ਹੁੰਦਾ ਸੋ ਮੈਂ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਪ੍ਰਾਇੋਰਟੀ ਸਾਡੇ ਕੀ ਆ ਸਰਕਾਰ ਦੇ ਕੀ ਆ ਰਾਈਟ ਜੇ ਆਪਾਂ LCBO ਵੱਲ ਧਿਆਨ ਰੱਖਦੇ ਆ ਸਾਨੂੰ ਲੋੜ ਆਪਾਂ ਹੈਲਥ ਕੇਅਰ ਵੱਲ ਵੀ ਧਿਆਨ ਰੱਖੀਏ
ਅੱਛਾ, ਤੁਹਾਡੇ ਖਿਆਲ ਦੇ ਵਿੱਚ ਹੈ ਨਹੀਂ ਜਿਹੜੀ ਮੈਨੇਜਮੈਂਟ ਆ, ਮੇਰੇ ਖਿਆਲ ਦੇ ਵਿੱਚ ਜਿਹੜੇ ਬਹੁਤ ਸਾਰੇ ਬੰਦਿਆਂ ਦੀ ਉੱਥੇ ਜ਼ਿੰਮੇਵਾਰੀ ਲਾਈ ਵੀ ਆ, ਉਹ ਵੀ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ, ਤੁਸੀਂ ਸਹਿਮਤ ਹੋ ਇਸ ਗੱਲ ਨਾਲ? ਕਿ ਜਿਹੜੇ ਹੇਠਲੇ ਕੰਮ ਕਰਨ ਵਾਲੇ, ਮੈਂ ਮੰਨਦਾ ਉਹਨਾਂ ਦੀ ਡਿਊਟੀ ਉਹ ਕਰ ਰਹੇ ਨੇ, ਪਰ ਜਿਹੜੇ ਉੱਪਰ ਨੇ ਜਿਨ੍ਹਾਂ ਦੀਆਂ ਲੱਖਾਂ ਡਾਲਰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਉਹ ਆਪਣੀ ਜ਼ਿੰਮੇਵਾਰੀ ਵਧੀਆ ਢੰਗ ਨਾਲ ਉਹਨੂੰ ਆਰਗੇਨਾਈਜ਼ ਨਹੀਂ ਕਰ ਰਹੇ। ਹਾਂਜੀ, ਸੋ ਮੈਂ ਫਰੰਟ ਲਾਈਨ ਨਰਸਿਸ ਜਿਹੜੇ ਡਾਕਟਰਸ ਆ ਉਹ ਜ਼ਰੂਰ ਫਰਸਟ੍ਰੇਟਡ ਆ, ਪਰ ਕੋਈ ਨਾ ਕੋਈ ਇਸ਼ੂ ਮੈਂ ਵੀ ਮੰਨਦਾ ਆ ਹੋਗਾ। ਥੈਂਕ ਯੂ ਰਕੀਤ ਸਿੰਘ ਜੀ, ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ। ਇਹ ਸੀ ਸਾਡੀ ਅੱਜ ਦੀ ਗੱਲਬਾਤ। ਅਸੀਂ PTC ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਨੀ ਚਾਹਾਂਗੇ ਕਿ ਤੁਸੀਂ ਆਪੋ ਆਪਣੇ ਹਲਕੇ ਦੇ MP ਨੂੰ, MPP ਨੂੰ ਅਤੇ ਜਿਹੜੇ ਵੀ ਕਾਉਂਸਲਰ ਨੇ ਉਹਨਾਂ ਦੇ ਨਾਲ ਤੁਸੀਂ ਆਪਣੀ ਗੱਲਬਾਤ ਕਰਕੇ ਉਹਨਾਂ ਨੂੰ ਲਿਖ ਕੇ ਦਿਓ, ਤਾਂ ਕਿ ਇਹਦੇ ਬਾਰੇ 'ਚ ਗੱਲ ਕਰਨ, ਹਸਪਤਾਲ ਦੀਆਂ ਜਿਹੜੀਆਂ ਘਾਟਾਂ ਨੇ ਉਹਨਾਂ ਪੂਰੀਆਂ ਕੀਤੀਆਂ ਜਾਵੇ। ਦੂਜੇ ਪਾਸੇ ਅਸੀਂ ਆਪਣੇ ਸਮੁੱਚੇ ਭਾਈਚਾਰੇ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਦੋਂ ਕੋਈ ਸੱਚਮੁੱਚ ਦੇ ਵਿੱਚ ਐਮਰਜੈਂਸੀ ਹੁੰਦੀ ਹੈ ਤਾਂ ਹੀ ਐਮਰਜੈਂਸੀ ਦੇ ਵਿੱਚ ਜਾਇਆ ਜਾਵੇ, ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਹਸਪੀਟਲ ਦੇ ਪ੍ਰਬੰਧਕਾਂ ਨੂੰ, ਉਹਨਾਂ ਨੂੰ ਸਹਿਯੋਗ ਦੇਈਏ, ਉਸ ਸਟਾਫ ਨੂੰ ਸਹਿਯੋਗ ਦੇਈਏ, ਅਤੇ ਉਹਨਾਂ ਤੋਂ ਜਦੋਂ ਅਸੀਂ ਜਾਂਦੇ ਹਾਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕਰੀਏ ਜਿੰਨੀ ਕਿ ਸਾਨੂੰ ਕਿਸੇ ਨੂੰ ਕੋਈ ਮਾਰਾ, ਤਾਂ ਕਿ ਜਿਹੜੇ ਕਈ ਲੋੜਵੰਦ ਉਹ ਰਹਿ ਜਾਂਦੇ ਨੇ, ਜਿਹੜੇ ਬਿਨਾਂ ਲੋੜ ਨੇ ਉਹਨਾਂ ਨੂੰ ਅਟੈਂਡ ਕਰਨਾ ਉਹਨਾਂ ਨੂੰ ਪੈ ਜਾਂਦਾ। ਸੋ ਆਸ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਓ ਪਰ ਰਲ ਕੇ ਹੰਭਲਾ ਮਾਰੀਏ ਹਸਪਤਾਲ ਦੇ ਹਾਲਾਤ ਸੁਧਾਰਨ ਲਈ, ਬਰੈਂਪਟਨ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵਧੀਆ ਮਿਲ ਸਕਣ। ਅਤੇ ਅਸੀਂ ਇੱਕ ਵਾਰ ਫਿਰ ਸਿਟੀ ਮੇਅਰ ਸਾਹਿਬ ਦਾ ਅਤੇ ਸਿਟੀ ਕਾਉਂਸਲਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮੁੱਦਾ ਲੈ ਕੇ ਆਂਦਾ। ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਹਫ਼ਤੇ ਅਸੀਂ ਕਿਸੇ ਹੋਰ ਮਹਿਮਾਨ ਦੇ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ। ਪ੍ਰੋਗਰਾਮ ਦੇਖਣ ਲਈ ਧੰਨਵਾਦ।